ਦੀਆਂ ਚਰਚਾਵਾਂ। ਸਾਡਾ ਬਸਪਾ ਨਾਲ ਗਠਜੋੜ, ਕਿਸੇ ਹੋਰ ਨਾਲ ਗਠਜੋੜ ਦੀ ਨਹੀਂ ਚੱਲ ਰਹੀ ਗੱਲ। ਅਕਾਲੀ ਦਲ ਨਾਲ ਗਠਜੋੜ ਦੀ ਚਰਚਾ ਤੇ ਪੰਜਾਬ ਬੀਜੇਪੀ ਇੰਚਾਰਜ ਵਿਜੇ ਰੂਪਾਨੀ ਦਾ ਵੱਡਾ ਬਿਆਨ। ਕਿਹਾ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਤੇ ਇਕੱਲਿਆ ਚੋਣ ਲੜੇਗੀ ਬੀਜੇਪੀ। ਜਾਖੜ ਦੀ ਅਗਵਾਈ 'ਚ ਪਾਰਟੀ ਲੜੇਗੀ ਇਲੈਕਸ਼ਨ। ਅਕਾਲੀ ਦਲ ਬੀਜੇਪੀ ਗਠਜੋੜ ਦੇ ਚਰਚਾ ਵਿਚਾਲੇ ਸੀਐਮ ਮਾਨ ਦਾ ਤੰਜ। ਬੋਲੇ ਜੋ ਹਾਰ ਗਏ ਉਹ ਕਰ ਰਹੇ ਨੇ ਜੋੜ ਤੋੜ, ਕੁਰਸੀ ਲਈ ਚੱਲ ਰਹੀਆਂ ਨੇ ਕੋਸ਼ਿਸ਼ਾਂ। ਮਾਨ ਸਰਕਾਰ ਵੱਲੋਂ ਹੋਮੀ ਭਾਬਾ ਕੈਂਸਰ ਹਸਪੀਟਲ ਨਾਲ 3 MOU ਸਾਈਨ। ਸੀਐਮ ਬੋਲੇ ਕੈਂਸਰ ਖਿਲਾਫ ਮਿਲ ਕੇ ਲੜਾਂਗੇ ਲੜਾਈ। ਕੈਂਸਰ ਦੀ ਜਾਂਚ ਲਈ ਚਲਾਵਾਂਗੇ ਮੋਬਾਈਲ ਵੈਨਸ। ਮਰੀਜ਼ਾਂ ਦੇ ਇਲਾਜ ਲਈ ਸਰਕਾਰ ਪੈਸੇ ਪੱਖੋਂ ਨਹੀਂ ਕੁੱਟੇਗੀ ਹੱਥ। ਸੁਖਬੀਰ ਸਿੰਘ ਬਾਦਲ ਦੀ ਪਟੀਸ਼ਨ ਤੇ ਹਾਈ ਕੋਰਟ 'ਚ ਅੱਜ ਅਹਿਮ ਸੁਣਵਾਈ। ਮਾਈਨਿੰਗ ਸਾਈਟ ਤੇ ਜਾਣ ਨੂੰ ਲੈ ਕੇ 2021 'ਚ ਸੁਖਬੀਰ ਖਿਲਾਫ ਦਰਜ ਹੋਇਆ ਸੀ ਕੇਸ। FIR ਰੱਦ ਕਰਵਾਉਣ ਨੂੰ ਲੈ ਕੇ ਅਕਾਲੀ ਦਲ ਪ੍ਰਧਾਨ ਨੇ ਅਦਾਲਤ 'ਚ ਕੀਤੀ ਹੈ ਪਹੁੰਚ। ਸੂਬੇ ਦੇ ਲੋਕਾਂ ਨੂੰ ਮਾਨ ਸਰਕਾਰ ਦੀ ਇੱਕ ਹੋਰ ਸੌਗਾਤ। ਜਲੰਧਰ ਤੋਂ ਜਨਮਾਲ ਲੋਕ ਅਦਾਲਤ ਦੀ ਸ਼ੁਰੂਆਤ ਕਰਨਗੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ। ਮੌਕੇ ਤੇ ਹੀ ਕੀਤਾ ਜਾਵੇਗਾ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ। ਮਾਨਹਾਨੀ ਮਾਮਲੇ 'ਚ ਰਾਹੁਲ ਗਾਂਧੀ ਤੇ ਫੈਸਲਾ ਸੁਣਾਏਗੀ ਗੁਜਰਾਤ ਹਾਈ ਕੋਰਟ। ਮੋਦੀ ਸਰਨੇਮ ਨਾਲ ਜੁੜੇ ਕੇਸ 'ਚ ਸੂਰਤ ਦੀ ਕੋਰਟ ਨੇ ਸੁਣਾਈ ਸੀ 2 ਸਾਲ ਦੀ ਸਜ਼ਾ। ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਵੀ ਅਯੋਗ ਕਰਾਰ ਦਿੱਤੇ ਗਏ ਸਨ ਰਾਹੁਲ। ਹਰਿਆਣਾ ਸਰਕਾਰ ਦਾ ਐਲਾਨ। ਅਣਵਿਆਹਿਆਂ ਨੂੰ ਮਿਲੇਗੀ ਪੈਨਸ਼ਨ। 45 ਤੋਂ 60 ਸਾਲ ਦੇ ਲੋਕਾਂ ਨੂੰ ਹਰੇਕ ਮਹੀਨੇ ਮਿਲਣਗੇ 2750 ਰੁਪਏ। ਅਣਵਿਆਹੇ ਲੋਕਾਂ ਨੂੰ ਪੈਨਸ਼ਨ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਹਰਿਆਣਾ। ਇਸਰੋ ਨੇ ਚੰਦਰਯਾਨ 3 ਦੀ ਲਾਂਚਿੰਗ ਦੀ ਤਾਰੀਖ ਦਾ ਕੀਤਾ ਐਲਾਨ। 14 ਜੁਲਾਈ ਨੂੰ ਦੁਪਹਿਰੇ 2:35 ਤੇ ਲਾਂਚ ਹੋਵੇਗਾ ਚੰਦਰਯਾਨ 3। ਚੰਡੀਗੜ੍ਹ ਤੋਂ ਕਸੌਲੀ ਜਾਣ ਵਾਲਿਆਂ ਨੂੰ ਹੋ ਸਕਦੀ ਹੈ ਮੁਸ਼ਕਿਲ। ਪਹਾੜਾਂ ਤੋਂ ਮਲਬਾ ਡਿੱਗਣ ਕਰਕੇ ਧਰਮਪੁਰ ਕਸੌਲੀ ਰੋਡ ਹੋਈ ਬੰਦ। ਰਾਹ ਖੁੱਲਣ 'ਚ ਲੱਗ ਸਕਦੇ ਨੇ ਕਈ ਦਿਨ। ਸਿਰਫ ਸੁੱਖੀ ਜੋੜੀ ਤੋਂ ਆ ਜਾ ਸਕਦੇ ਨੇ ਵਾਹਨ। ਕੈਨੇਡਾ ਜਾਣਗੇ ਅੰਮ੍ਰਿਤਸਰ ਦੇ 2 ਕੁੱਤੇ ਲਿਲੀ ਤੇ ਡੇਜ਼ੀ। 15 ਜੁਲਾਈ ਨੂੰ ਕੈਨੇਡਾ ਲਈ ਭਰਨਗੇ ਉਡਾਨ। ਬਿਜ਼ਨਸ ਕਲਾਸ 'ਚ ਭਰਨਗੇ ਸਫ਼ਰ। ਆਗਾਜ਼ੀ ਕਾਰਵਾਈ ਹੋਈ ਸ਼ੁਰੂ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਹਿਲੀ ਖਬਰ ਦੇ ਨਾਲ, ਜੋ ਕਿ ਖਾਲਿਸਤਾਨੀਆਂ ਨਾਲ ਜੁੜੀ ਹੋਈ ਹੈ। ਹਾਲ ਹੀ 'ਚ ਅਸੀਂ ਵੇਖਿਆ ਜਾਏ ਤੇ ਖਾਲਿਸਤਾਨੀ ਗਤੀਵਿਧੀਆਂ ਵਿਦੇਸ਼ਾਂ 'ਚ ਕਾਫੀ ਵਧੀਆਂ ਨੇ ਤੇ ਖਾਲਿਸਤਾਨੀਆਂ ਤੇ ਬ੍ਰਿਟਨ ਸਰਕਾਰ ਹੁਣ ਸਖਤ ਨਜ਼ਰ ਆ ਰਹੀ। ਬ੍ਰਿਟਨ ਦੀ ਖਾਲਿਸਤਾਨੀ ਲੌਬੀ ਨੂੰ ਸਿੱਧੀ ਚੇਤਾਵਨੀ ਦਿੱਤੀ ਗਈ ਹੈ। ਭਾਰਤੀ ਹਾਈ ਕਮਿਸ਼ਨ ਤੇ ਸਿੱਧਾ ਹਮਲਾ अस्वीकारयोग है। सीधी चेतावनी दी गई है। दस दे कि ब्रिटेन के विदेश सकत्तर जेम्स क्लेवरली का बड़ा बयान इस बाबत सामने आया है। यूके ने कहा कि हाई कमिशन स्टाफ की सुरक्षा सब तो महत्वपूर्ण है। खालिस्तानियों ते ब्रिटेन सरकार सख्त नजर आ रही है। दस दे कि वखवादी जथेबंदी SFJ 6 फॉर जस्टिस ने 8 जुलाई को खालिस्तान को लेकर एक रैली का ऐलान किया है। इस बकायदा किल इंडिया वाला पोस्टर भी जारी किया गया है। खालिस्तान समर्थकों ने लंदन स्थित भारतीय हाई कमिशन का घिराव करने की धमकी भी दी है, जिस तो बाद ब्रिटेन सरकार ने सख्त रुख अपनाया है। हाल ही में सैन फ्रांसिस्को स्थित भारतीय हाई कमिशन से खालिस्तानियों ने हमला भी किया है। खालिस्तानियों ते ब्रिटेन सरकार हुण सख्त नजर आ रही है। तुहानूं फाइल फोटो विखा रहे, तस्वीरां विखा रहे, जो कि ऑपरेशन अमृतपाल चलाया गया सीगा ते किते ना किते खालिस्तानियां दे वल्लों जो है इंडियन एम्बेसी नूं निशाना बनाया गया सीगा। जो तिरंगा है, तिरंगे झंडे का अपमान किया गया सीगा ते हुण ब्रिटेन सरकार इस सब नूं लैके सख्त है। उथे ब्रिटेन के विदेश सकत्तर जेम्स क्लेवरली ने ट्वीट किया है। उन्होंने लिखा है कि लंदन में भारतीय हाई कमिशन से कोई भी सीधा हमला पूरी तरह अस्वीकारयोग है। असीं इत्थे भारतीय हाई कमिशन और भारत सरकार को स्पष्ट कर दिता है कि हाई कमिशन स्टाफ की सुरक्षा सब तो महत्वपूर्ण है। ब्रिटेन के विदेश सकत्तर जेम्स क्लेवरली ने ट्वीट किया है तो ब्रिटेन सरकार खालिस्तानियों को लैके सख्त नजर आ रही है।
ਹੁਣ ਗੱਲ ਕਰਦੇ ਹਾਂ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਦੀ, ਜਿਸ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ। ਹਾਲਾਂਕਿ ਦੋਵੇਂ ਪਾਰਟੀਆਂ ਦੇ ਆਗੂ ਗੱਠਜੋੜ ਦੀ ਸੰਭਾਵਨਾ ਤੋਂ ਇਨਕਾਰ ਕਰ ਰਹੇ ਨੇ, ਪਰ ਇਸ ਵਿਚਾਲੇ ਸੀਐਮ ਨੇ ਦੋਹਾਂ ਤੇ ਤੰਜ ਵੀ ਕੱਸਿਆ ਹੈ। ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਤੋਂ ਗੱਠਜੋੜ ਹੋਣ ਦੀ ਚਰਚਾ ਜ਼ੋਰਾਂ ਤੇ ਹੈ। ਚਰਚਾ ਹੈ ਕਿ ਦੋਵੇਂ ਪਾਰਟੀਆਂ ਮਿਲ ਕੇ ਲੋਕ ਸਭਾ ਚੋਣਾਂ ਲੜਨਗੀਆਂ ਅਤੇ ਇਸ ਚਰਚਾ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਅਕਾਲੀ ਦਲ ਨੇ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਤੇ ਬੁੱਧਵਾਰ ਨੂੰ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਬਿਆਨ 'ਚ ਗੱਠਜੋੜ ਹੋਣ ਦੀ ਤਸਵੀਰ ਝਲਕਦੀ ਵੀ ਦਿਖੀ। ਪਰ ਵੀਰਵਾਰ ਨੂੰ ਹੋਈ ਪਾਰਟੀ ਦੀ ਬੈਠਕ 'ਚ ਇਹ ਤਸਵੀਰ ਥੋੜੀ ਬਦਲੀ ਨਜ਼ਰ ਆਈ ਅਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਤੇ ਹੋਰ ਆਗੂਆਂ ਨੇ ਗੱਠਜੋੜ ਹੋਣ ਤੋਂ ਇਨਕਾਰ ਕੀਤਾ। ਦੇਖੋ ਸਾਡੇ ਤਾਂ ਪਹਿਲੇ ਸੁਧਾਰੇ ਹੋਏ ਨੇ। ਦੇਖੋ ਸਾਡਾ ਕੋਈ ਇਹ ਦੁਸ਼ਮਣੀ ਨਹੀਂ ਕਿਸੇ ਨਾਲ ਹੈ। ਸਿਆਸਤ ਦੇ ਵਿੱਚ ਆਪੋ ਆਪਣਾ ਏਜੰਡਾ ਹੁੰਦਾ, ਆਪਣੀ ਆਪਣੀ ਗੱਲ ਹੁੰਦੀ ਹੈ, ਹਰ ਬੰਦਾ ਆਪਣੀ ਗੱਲ ਕਰਦਾ ਤੇ ਹਰ ਬੰਦੇ ਨੂੰ ਰਾਈਟ ਆਪਣੀ ਗੱਲ ਕਰਨ ਦਾ। ਪਹਿਲਾਂ ਉਹ ਕਾਂਗਰਸ ਦੀ ਗੱਲ ਕਰਦੇ ਸੀ, ਹੁਣ ਬੀਜੇਪੀ ਦੀ ਗੱਲ ਕਰਨਗੇ। ਸੋ ਹਰ ਬੰਦੇ ਦਾ ਆਪਣਾ ਏਜੰਡਾ, ਸਾਨੂੰ ਕੀ ਫਰਕ ਹੈ? बीजेपी का अपना एजेंडा है, कांग्रेस का अपना एजेंडा। हमारी अलायंस BSP के साथ है। ये क्वेश्चन कैसे आ रहा है? हमारी रूटीन मीटिंग है। आई हैव कम आफ्टर मंथ, सो वी आर हैविंग अ रूटीन मीटिंग ऑफ अ प्रोग्राम। ਅਸੀਂ पंजाब गवर्नमेंट के खिलाफ इनकी जो इन्होंने वैट इंक्रीज किया है, इन्होंने पानी दिया, सब इश्यूज पे हम डिस्कशन करने के लिए इसलिए पर अटकलें लगाई जा रही है कि ये मीडिया की बातें हैं सारी मीडिया की स्पेक्युलेशन। ਮੀਡੀਆ ਸਪੈਕੂਲੇਸ਼ਨ ਤੁਸੀਂ ਜਿੰਨੀ ਮਰਜ਼ੀ ਕਰੋ। ਸੁਖਬੀਰ ਜੀ ਨੇ ਅੰਦਰ ਜਾਣ ਤੋਂ ਪਹਿਲਾਂ ਕਹਿਤਾ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਹੈ ਔਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦਾ ਜੋ ਅੱਜਕੱਲ ਮੁੱਦੇ ਚੱਲ ਰਹੇ ਆ, ਜੋ ਲਾਅ ਐਂਡ ਆਰਡਰ ਹੈ, ਉਸ ਦੇ ਬਾਰੇ ਚਰਚਾ ਹੋਈ ਹੈ। ਇਸ ਤੋਂ ਗਾਂ ਹੋਰ ਕੋਈ ਚਰਚਾ ਨਹੀਂ ਹੋਈ। ਭਾਜਪਾ ਨਾਲ ਗੱਠਜੋੜ ਨੂੰ ਲੈ ਕੇ ਅਕਾਲੀ ਦਲ ਨੇ ਆਪਣਾ ਰੁਖ ਸਾਫ਼ ਕੀਤਾ ਤਾਂ ਪੰਜਾਬ ਭਾਜਪਾ ਇੰਚਾਰਜ ਵਿਜੇ ਰੂਪਾਣੀ ਦੇ ਵੀ ਇਹੋ ਸੁਰ ਰਹੇ। ਉਹਨਾਂ ਦੋਵਾਂ ਵਿਚਾਲੇ ਗੱਠਜੋੜ ਹੋਣ ਤੋਂ ਸਾਫ਼ ਇਨਕਾਰ ਕੀਤਾ ਅਤੇ ਸੂਬੇ 'ਚ ਸੁਨੀਲ ਜਾਖੜ ਦੀ ਅਗਵਾਈ ਦੌਰਾਨ ਸਾਰੀਆਂ ਲੋਕ ਸਭਾ ਸੀਟਾਂ ਤੇ ਇਕੱਲੇ ਚੋਣ ਲੜਨ ਦੀ ਗੱਲ ਆਖੀ। जाखड़ जी की अध्यक्षता में आने वाले 24 की चुनाव भारतीय जनता पार्टी लड़ेगी। मोदी जी के नेतृत्व में फिर से दिल्ली में तीसरी बार भाजपा की सरकार बनेगी और पंजाब में भी 13 सीटें भारतीय जनता पार्टी अकेली लड़ेगी और भारतीय जनता पार्टी वो उन पर अच्छा प्रदर्शन करेगी। ਗੱਠਜੋੜ ਬਾਰੇ ਅਕਾਲੀ ਦਲ ਅਤੇ ਭਾਜਪਾ ਨੇ ਆਪਣਾ ਆਪਣਾ ਰੁਖ ਸਪਸ਼ਟ ਕੀਤਾ, ਪਰ ਇਸ ਵਿਚਾਲੇ ਦੋਵਾਂ ਪਾਰਟੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਸ਼ਾਨੇ ਤੇ ਆਈਆਂ ਅਤੇ ਸੀਐਮ ਨੇ ਤੰਜ ਕੱਸਦਿਆਂ ਕਿਹਾ ਕਿ ਚੋਣਾਂ 'ਚ ਹਾਰ ਦਾ ਸਾਹਮਣਾ ਕਰ ਚੁੱਕੇ ਹੁਣ ਜੋੜ ਤੋੜ ਕਰ ਰਹੇ ਨੇ। ਕੀ ਕਰ ਰਹੇ ਨੇ ਉਹ? ਜੋੜ ਤੋੜ। ਮੈਂ ਉਧਰ ਵਗ ਗਿਆ, ਮੇਰਾ ਇਹਦੇ ਨਾਲ ਅਲਾਈਅੰਸ ਹੋ ਜੇ, ਮੇਰਾ ਗੱਠਜੋੜ ਇਹਦੇ ਨਾਲ ਹੋ ਜੇ। ਉਹ ਕਾਹਦੇ ਵਾਸਤੇ ਕਰ ਰਹੇ ਨੇ? ਉਹ ਜੋੜ ਤੋੜ ਕਰ ਰਹੇ ਨੇ ਆਪਣੀ ਕੁਰਸੀ ਵਾਸਤੇ। ਫਰਕ ਦੇਖਿਓ, ਇਹ ਅਕਾਲੀ ਦਲ, ਇਹ ਬੀਜੇਪੀ, ਇਹ ਕਾਂਗਰਸ, ਇਹ ਜੋੜ ਤੋੜ ਕਰ ਰਹੇ ਨੇ ਆਪਣੀ ਕੁਰਸੀ ਵਾਸਤੇ। ਭਾਵੇਂ ਅਕਾਲੀ ਦਲ ਤੇ ਭਾਜਪਾ ਆਗੂ ਗੱਠਜੋੜ ਤੋਂ ਇਨਕਾਰ ਕਰ ਰਹੇ ਨੇ, ਪਰ ਚਰਚਾ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਹੈ ਅਤੇ ਆਉਣ ਵਾਲੇ ਸਮੇਂ 'ਚ ਇਹ ਸਾਹਮਣੇ ਆ ਜਾਵੇਗਾ ਕਿ ਇਹ ਚਰਚਾ ਹੀ ਰਹਿੰਦੀ ਹੈ ਜਾਂ ਅਸਲੀਅਤ ਦਾ ਰੂਪ ਵੀ ਧਾਰਦੀ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਗੱਲ ਕਰਾਂਗੇ ਪੰਜਾਬ ਕਾਂਗਰਸ ਦੀ। ਪੰਜਾਬ ਕਾਂਗਰਸ ਨੇ PAC ਦਾ ਗਠਨ ਕੀਤਾ ਹੈ, ਯਾਨੀ ਕਿ ਪੋਲੀਟੀਕਲ ਅਫੇਅਰਸ ਕਮੇਟੀ ਦਾ ਗਠਨ ਕੀਤਾ ਗਿਆ। ਦੱਸ ਦੇ ਕਿ ਹਾਈ ਕਮਾਨ ਨੇ 31 ਮੈਂਬਰੀ ਪੋਲੀਟੀਕਲ ਅਫੇਅਰਸ ਕਮੇਟੀ ਬਣਾਈ ਹੈ। ਪੋਲੀਟੀਕਲ ਅਫੇਅਰਸ ਕਮੇਟੀ 'ਚ 9 ਮੌਜੂਦਾ ਵਿਧਾਇਕਾਂ ਨੂੰ ਥਾਂ ਮਿਲੀ ਹੈ। ਇਸ ਦੇ ਨਾਲ ਹੀ 5 MPs ਵੀ ਨਵੀਂ ਪੋਲੀਟੀਕਲ ਅਫੇਅਰਸ ਕਮੇਟੀ 'ਚ ਸ਼ਾਮਲ ਕੀਤੇ ਗਏ ਨੇ। ਇਸ ਦੇ ਨਾਲ ਹੀ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਨਵੀਂ ਪੋਲੀਟੀਕਲ ਅਫੇਅਰਸ ਕਮੇਟੀ 'ਚ ਸ਼ਾਮਲ ਕੀਤੇ ਗਏ ਨੇ। ਦੱਸ ਦੇ ਕਿ ਹਰੀਸ਼ ਚੌਧਰੀ, ਅੰਬਿਕਾ ਸੋਨੀ ਭੱਠਲ ਤੇ ਸੁਖਜਿੰਦਰ ਰੰਧਾਵਾ ਵੀ ਮੈਂਬਰ ਬਣੇ ਨੇ।
ਹੁਣ ਗੱਲ ਕਰਾਂਗੇ ਪੰਜਾਬ ਸਰਕਾਰ ਦੀ। ਕੈਂਸਰ ਹਸਪੀਟਲ ਨਾਲ 3 MOU ਸਾਈਨ ਕੀਤੇ ਗਏ ਨੇ। ਸਰਕਾਰ ਵੱਲੋਂ ਹੋਮੀ ਭਾਬਾ ਕੈਂਸਰ ਹਸਪੀਟਲ ਦੇ ਨਾਲ MOU ਸਾਈਨ ਹੋਇਆ। ਦੱਸਦੇ ਕਿ ਜਨਤਕ ਸਿਹਤ ਸੇਵਾਵਾਂ ਦੀ ਕਪੈਸਿਟੀ ਵਧਾਉਣ ਲਈ ਆ MOU ਸਾਈਨ ਕੀਤੇ ਗਏ ਨੇ। ਮਰੀਜ਼ਾਂ ਲਈ ਬਿਹਤਰ ਸਿਹਤ ਸਹੂਲਤਾਂ ਤੇ ਇਲਾਜ ਲਈ ਆ MOU ਨੇ। ਕੈਂਸਰ ਮਰੀਜ਼ਾਂ ਦੀ ਜਾਂਚ ਲਈ ਮੋਬਾਈਲ ਵੈਨਸ ਚਲਾਈਆਂ ਜਾਣਗੀਆਂ। ਆ ਸਰਕਾਰ ਦਾ ਕਹਿਣਾ ਹੈ। ਸੀਐਮ ਭਗਵੰਤ ਮਾਨ ਦਾ ਬਿਆਨ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇੱਕ ਟੀਮ ਦੀ ਤਰ੍ਹਾਂ ਕੰਮ ਕਰਾਂਗੇ। कैंसर खिलाफ मिलकर लड़ाई लड़ी जाएगी। आज दुनिया च टीम वर्क ही कामयाब है। कैंसर वाला डर तोड़ना है। कैंसर के इलाज ਲਈ सरकार पैसे देन तो हथ नहीं कुटेगी ਤੇ 2 ਕਰੋੜ रुपए सालाना संगरूर वाले हॉस्पिटल ਨੂੰ ਦਿੰਦੇ ਹਾਂ। ਨਵੀਂ ਤਕਨੀਕ ਦੇ ਮਸ਼ੀਨਰੀ ਨਾਲ ਅਲੱਗ ਤੋਂ ਪੈਸੇ ਦੇ ਰਹੇ ਹਾਂ। ਦੱਸਦੇ ਕਿ 16 ਮੈਡੀਕਲ ਕਾਲਜਸ ਬਣਾਵਾਂਗੇ ਤੇ 3 ਤੇ ਕੰਮ ਜਾਰੀ ਹੈ। ਸੀਐਮ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ कि हम लोग एक इकट्ठे होकर काम करने की एक योजना बना रहे हैं, एक ऐसी बीमारी के साथ लड़ने की जिसका गांव में डॉक्टर साहब नाम भी नहीं लेते। लोग इतना खतरनाक माना जाता है कि उसका नाम अपनी जुबान से नहीं लेते। ये कह दिया जाता है कि वो बीमारी हो गई जिसका नाम नहीं लेना। कभी टीबी के बारे में ये कहा जाता था, उस पर हमने कंट्रोल कर लिया है। अब कैंसर के बारे में ये कहा जाता है। और ख़ास तौर पे मालवा बेल्ट में, जिस बेल्ट से मैं आता हूँ, बहुत ज़्यादा प्रॉब्लम है वहाँ पे। हेपेटाइटिस सी से लेके बहुत से पेशेंट ऐसे हैं जो अपने टेस्ट नहीं करवाते। वो इसीलिए डर के टेस्ट नहीं करवाते कि अगर डायग्नोस हो गया कुछ फिर कहाँ जाएंगे। और मुझे बताया गया कि वर्किंग आवर्स भी नहीं देखते डॉक्टर जो हैं। और वो उन्होंने कहा कि चाहे संगरूर हो चाहे चंडीगढ़ हो मोहाली हो, ये वर्किंग आवर्स नहीं देखते, काम लगते हैं। मैंने कहा जी आप सेम बात मेरे लिए भी कह सकते हो, क्योंकि मैं भी संगरूर से हूँ। चाहे संगरूर हो चाहे चंडीगढ़ हो, वर्किंग आवर्स मैं भी नहीं देखता। और मेरी टीम भी ऐसी है कि डिसीजन मेकिंग टीम मेरे साथ हर वक्त रहती है। हम ज़्यादा लंबा वो नहीं करते कि फाइलें इधर जाएंगी उधर जाएंगी। जो करना है इमीडिएटली करके हम आपको बता देते हैं। और जो कहते हैं वो करते हैं, जो हम कर नहीं सकते वो कहते ही नहीं है। वो कहते हैं ना कि पहले इरादा करो फिर वादा करो। तो इरादा हमारा है तो फिर वादा पूरा हो जाएगा। ਖਬਰਾਂ ਦੇ ਹੋਰ ਅਪਡੇਟ ਲਈ ਤੁਸੀਂ ਸਾਡੀ ਵੈਬਸਾਈਟ ਤੇ ਵੀ ਲੌਗਇਨ ਕਰ ਸਕਦੇ ਹੋ www.punjab.news18.com। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਹਰਿਆਣਾ ਸਰਕਾਰ ਦੀ। ਹਰਿਆਣਾ ਸਰਕਾਰ ਨੇ ਵੀਰਵਾਰ ਨੂੰ ਇੱਕ ਨਵੇਕਲੀ ਪੈਨਸ਼ਨ ਦਾ ਐਲਾਨ ਕੀਤਾ ਹੈ। ਇਸ ਐਲਾਨ ਨਾਲ ਖੱਟੜ ਸਰਕਾਰ ਦੇਸ਼ 'ਚ ਅਜਿਹਾ ਐਲਾਨ ਕਰਨ ਵਾਲੀ ਪਹਿਲੀ ਸਰਕਾਰ ਬਣ ਗਈ ਹੈ। ਛੜਾ ਛੜਾ ਨਾ ਕਰ ਅੜੀਏ ਨੀ ਛੜੇ ਬੜੇ ਗੁਣਕਾਰੀ। ਹੁਣ ਹਰਿਆਣਾ 'ਚ ਲੱਗੀ ਛੜਿਆਂ ਨੂੰ ਪੈਨਸ਼ਨ ਸਰਕਾਰੀ। ਭੰਗੜੇ ਦੀ ਬੋਲੀ ਨਹੀਂ ਬਦਲੀ, ਸਗੋਂ ਹਰਿਆਣਾ ਵਿੱਚ ਛੜਿਆਂ ਲਈ ਤਸਵੀਰ ਹੀ ਬਦਲ ਗਈ। ਉਹ ਛੜੇ ਜਿਨ੍ਹਾਂ ਨੂੰ ਹਰਿਆਣੇ ਵਿੱਚ ਦੇਸੀ ਜ਼ਬਾਨ ਵਿੱਚ ਰਾਂਡੇ ਕਹਿ ਕੇ ਉਹਨਾਂ ਦਾ ਮਖੌਲ ਉਡਾਇਆ ਜਾਂਦਾ ਸੀ, ਹੁਣ ਹੱਕਦਾਰ ਹੋ ਗਏ ਨੇ ਸਰਕਾਰੀ ਪੈਨਸ਼ਨ ਦੇ। ਐਲਾਨ ਕਰਨ ਸਾਹਮਣੇ ਆਏ ਖੁਦ ਹਰਿਆਣਾ ਦੇ ਮੁੱਖ ਮੰਤਰੀ ਅਤੇ ਸਰਕਾਰੀ ਪੈਨਸ਼ਨ ਦੇ ਲਾਹੇ ਦਾ ਦਾਇਰਾ ਛੜਿਆਂ ਤੋਂ ਵਧਾ ਕੇ ਪਤਨੀ ਦੀ ਮੌਤ ਦਾ ਸੰਤਾਪ ਚੱਲ ਰਹੇ ਪਤੀਆਂ ਨੂੰ ਵੀ ਲਾਭ ਪਾਤਰੀ ਬਣਾ ਦਿੱਤਾ। ਜੀ ਹਾਂ, ਹਰਿਆਣਾ ਸਰਕਾਰ ਦੀ ਪੈਨਸ਼ਨਾਂ ਦੇ ਐਲਾਨ ਦੀ ਨਵੀਂ ਕੜੀ ਛੜਿਆਂ ਦੇ ਲਈ ਖੁਸ਼ੀ ਦਾ ਪੈਗਾਮ ਲੈ ਕੇ ਆਈ ਹੈ। चाहे महिला हो चाहे पुरुष हो, 45 साल से लेकर 60 साल तक, यानी एज सुन एज एन अनमैरिड पर्सन बिकम 45, उसके बाद मंथली पेंशन का 2750 रुपया वर्तमान में वो भी हकदार हो जाएगा, बशर्ते कि उसकी इनकम 1,80,000 रुपए तक ही है। तो जो पुरुष जो विदुर हो जाता है, जिसकी पत्नी का देहांत हो जाता है, तो ऐसे व्यक्तियों को 3 लाख रुपया अगर उससे इनकम कम है, जो हमने विधवा और ओल्ड एज में भी की हुई है, और आयु 40 वर्ष से 60 वर्ष तक, इनको भी वर्तमान 2750 रुपए की दर से पेंशन मिला करेगी। ਮੁੱਖ ਮੰਤਰੀ ਦੇ ਐਲਾਨ ਮੁਤਾਬਿਕ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਉਹਨਾਂ ਨੂੰ 2750 ਰੁਪਏ ਹਰ ਮਹੀਨੇ ਪੈਨਸ਼ਨ ਦਿੱਤੀ ਜਾਵੇਗੀ। ਉਮਰ ਹੱਦ 45 ਤੋਂ 60 ਸਾਲ ਤੈਅ ਕੀਤੀ ਗਈ ਹੈ, ਜਦਕਿ ਸ਼ਰਤ ਰੱਖੀ ਗਈ ਹੈ ਕਿ ਸਾਲਾਨਾ ਆਮਦਨ 1,80,000 ਤੋਂ ਘੱਟ ਹੋਣੀ ਚਾਹੀਦੀ ਹੈ। जबकि पत्नी की मौत से मिलन वाली पेंशन 2750 रुपए महीना तय की गई है ते उम्र हद रखी गई है 40 तो 60 साल। शर्त यह है कि सालाना आमदन 3 लाख तो घट होनी चाहिए है।
ਇਸ ਐਲਾਨ ਦਾ ਅਸਰ ਨਾ ਸਿਰਫ ਛੜਿਆਂ ਦੀ ਜਾਂ ਪਤਨੀ ਦੀ ਮੌਤ ਤੋਂ ਬਾਅਦ ਇਕੱਲੇ ਰਹਿ ਰਹੇ ਲੋਕਾਂ ਦੀ ਜ਼ਿੰਦਗੀ ਤੇ ਪਵੇਗਾ, ਸਗੋਂ ਸਮਾਜਿਕ ਪੱਧਰ ਤੇ ਵੀ ਇਸ ਦਾ ਵੱਡਾ ਅਸਰ ਹੋਵੇਗਾ। ਹਰਿਆਣਾ ਵਿੱਚ ਕੁਮਾਰਿਆਂ ਦੀ ਗਿਣਤੀ ਵਧਣ ਪਿੱਛੇ ਇੱਕ ਵੱਡੀ ਵਜ੍ਹਾ ਉੱਥੇ ਦਾ ਲਿੰਗ ਅਨੁਪਾਤ ਸੀ। ਹਾਲਾਂਕਿ ਸਾਲ 2011 ਦੇ ਮੁਕਾਬਲੇ ਹੁਣ ਇਸ ਵਿੱਚ ਕਾਫੀ ਸੁਧਾਰ ਵੀ ਵੇਖਿਆ ਗਿਆ। ਸਾਲ 2012 ਵਿੱਚ ਜਿੱਥੇ ਹਰਿਆਣਾ ਦਾ ਲਿੰਗ ਅਨੁਪਾਤ 832 ਸੀ, ਉੱਥੇ 2022 ਦੇ ਵਿੱਚ ਇਹ 917 ਤੱਕ ਪਹੁੰਚ ਗਿਆ। ਲਿੰਗ ਅਨੁਪਾਤ ਦਾ ਪਾੜਾ ਵੱਧ ਹੋਣ ਕਰਕੇ ਹਰਿਆਣਾ ਦੇ ਵਿੱਚ ਸਮਾਜਿਕ ਪੱਧਰ ਤੇ ਵੱਡਾ ਅਸਰ ਪਿਆ। ਹਰਿਆਣਾ ਦਾ ਸਮਾਜਿਕ ਤਾਣਾ ਬਾਣਾ ਇਸ ਦੇ ਨਾਲ ਬਦਲਦਾ ਗਿਆ। ਪਿੰਡਾਂ ਦੇ ਵਿੱਚ ਛੜਿਆਂ ਦੀ ਗਿਣਤੀ ਵੱਧਦੀ ਗਈ। ਸਮਾਜਿਕ ਪੱਧਰ ਤੇ ਅਜਿਹੇ ਲੋਕ ਮਾਨਸਿਕ ਪੀੜਾ ਝੱਲਦੇ ਰਹੇ। ਦੂਜੇ ਸੂਬਿਆਂ ਤੋਂ ਵੋਟੀ ਲੈਣ ਦਾ ਪ੍ਰਚਲਨ ਵਧਿਆ। ਦੇਸ਼ ਦੇ ਕਈ ਸੂਬਿਆਂ ਤੋਂ ਘੱਟ ਉਮਰ ਦੀਆਂ ਕੁੜੀਆਂ ਲਿਆਂਦੀਆਂ ਗਈਆਂ। ਪੈਸਿਆਂ ਦੇ ਬਦਲੇ ਲਿਆਂਦੀਆਂ ਗਈਆਂ ਕੁੜੀਆਂ ਦੇ ਨਾਲ ਬੇਮੇਲ ਵਿਆਹ ਕਰਾਏ ਗਏ। ਮਨੁੱਖੀ ਤਸਕਰੀ ਅਤੇ ਘੱਟ ਉਮਰ ਕੁੜੀਆਂ ਦੀ ਖਰੀਦ ਫਰੋਖਤ ਵਰਗੇ ਜੁਰਮ ਵੀ ਵਧੇ। ਆਪਣੇ ਆਪ ਨੂੰ ਸਮਾਜਿਕ ਸ਼ਰਮਿੰਦਗੀ ਤੋਂ ਬਚਾਉਣ ਦੇ ਲਈ ਇਸ ਚੱਕਰ ਵਿੱਚ ਕੁਆਰੇ ਫਸਦੇ ਰਹੇ ਤੇ ਦੂਜੇ ਸੂਬਿਆਂ ਤੋਂ ਮੋਲ ਕਰਕੇ ਲਿਆਂਦੀਆਂ ਵੋਟੀਆਂ ਹਿੰਸਾ ਦਾ ਸ਼ਿਕਾਰ ਵੀ ਹੋਈਆਂ। ਹੁਣ ਇਸ ਪੈਨਸ਼ਨ ਦੇ ਐਲਾਨ ਤੋਂ ਬਾਅਦ ਸਰਕਾਰ ਨੂੰ ਵੀ ਆਸ ਹੈ ਕਿ ਨਾ ਸਿਰਫ ਅਣਵਿਆਹੇ ਲੋਕਾਂ ਦੀ ਜ਼ਿੰਦਗੀ ਸੁਧਰੇਗੀ, ਸਗੋਂ ਅਜਿਹੇ ਲੋਕਾਂ ਦੇ ਗੁਨਾਹ ਦੀ ਦੁਨੀਆ ਵੱਲ ਰੁਖ ਕਰਨ ਦੀ ਸੰਭਾਵਨਾ ਵੀ ਘੱਟ ਹੋਵੇਗੀ। ਚੰਡੀਗੜ੍ਹ ਤੋਂ ਅੰਕਿਤ ਦੁਦਾਨੀ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।